ਜ਼ਿਲ੍ਹੇ ਦੇ ਕਸਬਾ ਪੁਰਖਾਲੀ 'ਚ ਮੀਟਿੰਗ ਕਰਨ ਗਏ ਅਕਾਲੀ ਦਲ ਅਤੇ ਬਸਪਾ ਦੇ ਨੇਤਾਵਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜੁੜੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦਾ ਵਿਰੋਧ ਕੀਤਾ। ਡਾਕਟਰ ਦਲਜੀਤ ਸਿੰਘ ਚੀਮਾ ਵੀ ਵੱਡੀ ਗਿਣਤੀ 'ਚ ਅਕਾਲੀ ਦਲ ਅਤੇ ਬਸਪਾ ਦੇ ਨੇਤਾਵਾਂ ਵੱਲੋਂ ਵਰਕਰਾਂ ਨੂੰ ਨਾਲ ਲੈ ਕੇ ਪਿੰਡ ਪੁਰਖਾਲੀ 'ਚ ਪੁੱਜੇ ਸਨ। ਡਾਕਟਰ ਚੀਮਾ ਨੂੰ ਕਿਸਾਨਾਂ ਦੇ ਵਿਰੋਧ ਦੀ ਜਾਣਕਾਰੀ ਇੱਕ ਦਿਨ ਪਹਿਲਾਂ ਹੀ ਮਿਲ ਗਈ ਸੀ। ਇਸ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੋਗਰਾਮ ਨੂੰ ਮੁਲਤਵੀ ਨਹੀਂ ਕੀਤਾ ਤੇ ਉਹ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਦੇ ਨਾਲ ਪ੍ਰਦਰਸ਼ਨਕਾਰੀਆਂ ਵੱਲੋਂ ਨਿਕਲਦੀ ਹੋਈ ਮੀਟਿੰਗ ਸਥਾਨ ਤੇ ਪਹੁੰਚ ਗਏ ਨੇ। ਇਸ ਦੌਰਾਨ ਹਾਲਾਤ ਤਣਾਅਪੂਰਨ ਬਣੇ ਰਹੇ ਨੇ। ਪੁਲਿਸ ਦੁਆਰਾ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਕੀਤੇ ਪ੍ਰਬੰਧਾਂ ਤੇ ਵੀ ਡਾਕਟਰ ਚੀਮਾ ਨੇ ਸਵਾਲ ਖੜੇ ਕੀਤੇ ਨੇ। ਜੋ ਉਹਨਾਂ ਨੇ ਕਰ ਲਿਆ ਜੀ, ਉਹ ਉਸ ਕਿਸਾਨ ਵੀਰ ਆਏ, ਉਹਨਾਂ ਨੇ ਆਪ ਦਾ ਪ੍ਰੋਗਰਾਮ ਰੱਖਿਆ। ਕੋਈ ਲੋਕਲ ਇੱਥੇ ਉਹਨਾਂ ਦੀ ਪਿੰਡ 'ਚ ਬਨੋਰੀ 'ਚ ਕੋਈ ਸੀਗਾ ਇੱਥੇ ਜਿਹੜਾ ਲੋਕਲ ਆਪਣੇ ਐਮਐਲਏ ਨੇ, ਉਹਨਾਂ ਨਾਲ ਰੋਸ ਕੀਤਾ ਉਹਨਾਂ ਨੇ। ਪਰ ਮੈਂ ਤਾਂ ਹੀ ਆਇਆ ਵੀ ਕੋਈ ਪਿਕਚਰਾਈਜੇਸ਼ਨ ਐ ਕੀਤਾ ਜਾ ਰਿਹਾ ਸੀ ਕਿਤੇ ਝੜਪ ਹੋਊਗੀ ਜਾਂ ਕੁਝ ਹੋਇਆ। ਇਹਨਾਂ ਨੇ ਮੰਨਿਆ ਵੀ ਅਸੀਂ ਕਾਲੇ ਝੰਡੇ ਲਾ ਕੇ ਨਾਲ ਯੂਨੀਅਨ ਦੇ ਝੰਡੇ ਨਾਲ ਸ਼ਾਂਤਮਈ ਤੌਰ ਤੇ ਅਸੀਂ ਪ੍ਰਦਰਸ਼ਨ ਕੀਤਾ। ਤੇ ਉਹ ਯੂਨੀਅਨ ਦੇ ਜਿਹੜੇ ਪ੍ਰਦਰਸ਼ਨ ਕਰਦੇ ਸੀ ਕਹਿੰਦੇ ਸਾਡੇ ਪ੍ਰਧਾਨ ਦਾ ਆਰਡਰ ਹੋਇਆ ਹੋਇਆ, ਪਿੱਛੇ ਬਿਆਨ ਦਿੱਤਾ ਸੀ ਤੁਸੀਂ ਵੀ ਸਿਆਸੀ ਪਾਰਟੀਆਂ ਨੂੰ ਜਿਹੜੇ ਲੀਡਰਾਂ ਨੂੰ ਉਦੋਂ ਤੱਕ ਨਹੀਂ ਬਣਨ ਦੇਣਾ ਜਦੋਂ ਤੱਕ 3 ਕਾਨੂੰਨ ਰੱਦ ਨਹੀਂ ਹੁੰਦੇ। ਉਸ ਦੇ ਆਧਾਰ ਤੇ ਸੰਘਰਸ਼ ਕੀਤਾ ਗਿਆ ਸੀ। ਬਿਲਕੁਲ, ਉਹ 17 ਤਰੀਕ ਨੂੰ ਮੀਟਿੰਗ ਹੋਈ ਸੀ 32 ਜਥੇਬੰਦੀਆਂ ਦੀ, ਉਦੋਂ ਇੱਕ ਬਿਆਨ ਜਾਰੀ ਹੋਇਆ ਸੀ। ਪਰ ਨਾਲ ਹੀ 18 ਤਰੀਕ ਨੂੰ ਇੱਕ ਜਿਹੜਾ ਬਿਆਨ ਜਾਰੀ ਹੋ ਗਿਆ, ਉਹ 'ਚ ਅੱਜ ਤੱਕ ਵੀ ਕਨਫਿਊਜ਼ਨ ਆ। ਐਸਕੇਐਮ ਨੇ ਕਨਫਿਊਜ਼ ਕਰਤਾ, ਤਾਂ ਇਹ ਕਨਫਿਊਜ਼ਨ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕਾਰਵਾਈ ਹੁੰਦੀ ਆ ਜਥੇਬੰਦੀ ਦੀ ਉਹ ਕੀਤੀ ਆ। ਕਿਉਂਕਿ ਐਸਕੇਐਮ ਨੇ ਫੈਸਲਾ ਕਰਤਾ ਸੀ ਵੀ ਇਕੱਲੇ ਬੀਜੇਪੀ ਤੇ ਜੇਜੇਪੀ, ਜਿਵੇਂ ਹਰਿਆਣੇ 'ਚ ਆਪਣੇ ਬੀਜੇਪੀ ਆ, ਕੋਈ ਨਾਲ ਦਾ ਸਾਥੀ ਹੈ ਨਹੀਂ ਉਹਦਾ, ਉਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਹੋਇਆ। ਉਹਨਾਂ ਨੇ ਜਿਹੜਾ ਉਹ ਪਹਿਲੇ ਫੈਸਲਾ ਵਾਪਸ ਲਿੱਤਾ, ਪਰ ਉਹਨੂੰ ਕਲੈਰਿਟੀ ਨਹੀਂ ਕੀਤੀ ਸੀ। ਇੱਥੇ ਕਲੈਰਿਟੀ ਨਾ ਹੋਣ ਖਾਤਰ ਇਹ ਪ੍ਰੋਗਰਾਮ ਕੀਤਾ ਗਿਆ। ਪਰ ਹੁਣ ਜਿਹੜੀ ਕੱਲ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਫੇਰ ਕਿਹਾ ਗਿਆ ਵੀ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਲੀਡਰਾਂ ਦੀ ਜਿਹੜੀ ਹੈਗੀ ਨੋ ਐਂਟਰੀ ਹੈ ਪਿੰਡਾਂ ਦੇ ਵਿੱਚ। ਕਈ ਜਗ੍ਹਾ ਤੇ ਪੰਚਾਇਤਾਂ ਆਪਣੇ ਜ਼ੋਰ ਤੇ ਕਰ ਰਹੀਆਂ, ਕਈ ਮਤੇ ਪਾ ਰਹੇ ਨੇ। ਉਹ ਉਹਨਾਂ ਦਾ ਗਿਲਾ ਸ਼ਿਕਵਾ ਹੈਗਾ ਵੀ ਸਾਡੇ ਜਿਹੜੇ ਕਾਨੂੰਨ ਆ ਅਸੀਂ ਹੁਣ 8.5-9 ਮਹੀਨੇ ਦੇ ਲੱਗੇ ਹੋਏ ਆ। ਸਰਕਾਰ ਜਦੋਂ ਆਵਾਜ਼ ਨਹੀਂ ਲੜ ਰਹੀ, ਜਿਹੜੇ ਸਿਆਸੀ ਪਾਰਟੀ ਨੇ ਜਾਂ ਸਿਆਸੀ ਲੋਕ ਨੇ, ਇਹਨਾਂ ਨੇ ਐਮਐਲਏ ਬਣ ਕੇ ਅਸੈਂਬਲੀਆਂ ਚਲਾਉਣੀਆਂ ਜਾਂ ਪਾਰਲੀਮੈਂਟ ਚਲਾਉਣੀਆਂ, ਇਹਨਾਂ ਨੇ ਫੈਸਲੇ ਕਰਾਉਣੇ ਹੁੰਦੇ ਆ ਵੀ ਇਹਨਾਂ ਦਾ ਰੋਲ ਵੀ ਕੁਝ ਪਲੇ ਹੋਣਾ ਚਾਹੀਦਾ। ਉਹ ਇਸ ਤਰ੍ਹਾਂ ਦਾ ਕੋਈ ਰੋਲ ਆ, ਕੋਈ ਜਿਹੜਾ ਹੁਣ ਫੈਸਲਾ ਐਸਕੇਐਮ ਦਾ ਉਹ ਅੱਜ ਇੱਥੇ ਸੁਣਾਇਆ ਗਿਆ ਤੇ ਦੱਸਿਆ ਗਿਆ। ਸੰਯੁਕਤ ਮੋਰਚੇ ਤੁਸੀਂ ਜਿਹੜਾ ਹੈਗਾ ਹਿੱਸਾ, ਹੁਣ ਅਗਲਾ ਫੈਸਲਾ ਕੀ ਲਿੱਤਾ ਗਿਆ? ਅੱਗੇ ਵਿਰੋਧ ਹੋਊਗਾ ਸਿਆਸੀ ਪਾਰਟੀਆਂ ਦਾ ਪਿੰਡਾਂ ਦੇ ਵਿੱਚ ਕਿ ਨਹੀਂ ਹੋਊਗਾ? 18 ਤਰੀਕ ਨੂੰ ਜਿਹੜੀ ਐਸਕੇਐਮ ਦੀ ਮੀਟਿੰਗ ਹੋਈ ਆ, 32 ਜਥੇਬੰਦੀਆਂ ਦੀ ਜਿਹੜੀ 17 ਨੂੰ ਹੋਈ ਆ, ਉਹਦਾ ਫੈਸਲਾ ਵਾਪਸ ਲਿੱਤਾ ਗਿਆ। 18 ਤਰੀਕ ਨੂੰ ਸੰਯੁਕਤ ਮੋਰਚਾ ਦਾ ਜਿਹੜਾ ਵੱਡਾ, ਉਹਨੇ ਫੈਸਲਾ ਨਹੀਂ ਵੀ ਬੀਜੇਪੀ ਦਾ ਇਕੱਲਾ ਵਿਰੋਧ ਕੀਤਾ ਜਾਊਗਾ, ਬਾਕੀ ਪਾਰਟੀਆਂ ਦਾ ਕੋਈ ਵਿਰੋਧ ਨਹੀਂ ਰਹੂਗਾ ਹੁਣ ਪਿੰਡਾਂ ਦੇ? ਦੇਖੋ, ਕਿਸੇ ਨਾ ਕਿਸੇ ਜਗ੍ਹਾ ਤੇ ਜੇ ਵਿਰੋਧ ਹੋ ਗਿਆ, ਉਹਦੀ ਹੁਣ ਐਸਕੇਐਮ ਤਾਂ ਨਹੀਂ ਜ਼ਿੰਮੇਵਾਰ ਹੈ ਨਾ, ਜਾਂ ਕੋਈ ਜਥੇਬੰਦੀ ਨਹੀਂ। ਜਿਹੜੇ ਲੋਕ ਨਿੱਜੀ ਤੌਰ ਤੇ ਰਾਜ ਧਮਕਾਏ ਹੋਏ ਆ ਜਾਂ ਹੋਰ ਵਿਰੋਧ ਹੁੰਦਾ, ਤੇ ਪਰ ਐਸਕੇਐਮ ਵੱਲੋਂ ਕੋਈ ਕਾਲ ਨਹੀਂ ਹੈਗੀ। ਕਿਸਾਨਾਂ ਨੂੰ ਤੁਹਾਡਾ ਕੀ ਹੈ ਐਜ਼ ਏ ਯੂਨੀਅਨ ਪ੍ਰਧਾਨ ਦੇ ਹੁੰਦੇ ਕਿਸਾਨ ਕਰ ਸਕਦੇ ਦੂਜੀਆਂ ਪਾਰਟੀਆਂ ਦਾ ਕਿ ਨਹੀਂ? ਜਿਹੜੇ ਜਗ੍ਹਾ ਲੋਕ ਜ਼ਿਆਦਾ ਤੰਗ ਹੋਣਗੇ, ਕਿਸਾਨ ਪਾਰਟੀਆਂ ਦੇ ਤੌਰ ਤੇ ਨਹੀਂ, ਪੰਚਾਇਤਾਂ ਤੌਰ ਤੇ ਕਰ ਰਹੇ ਨੇ। ਜਿਹੜੇ ਬੋਰਡ ਲੱਗ ਰਹੇ ਆ ਉਹ ਪੰਚਾਇਤੀ ਤੌਰ ਤੇ ਲੱਗ ਰਹੇ ਨੇ। ਪੰਚਾਇਤਾਂ ਨੇ ਫੈਸਲਾ ਕਰਕੇ ਸਾਡੇ ਟਰਾਲੀਆਂ ਭੇਜੀਆਂ, ਪੰਚਾਇਤਾਂ ਨੇ ਵਾਰੀਆਂ ਬੰਨੀਆਂ। ਜਿਹੜੀਆਂ ਪੰਚਾਇਤਾਂ ਸੀ ਉਹ 7-7 ਬੰਦੇ ਭੇਜ ਰਹੀਆਂ ਸੀਗੀਆਂ, ਉਹਦੇ 'ਚ ਹਰ ਪਾਰਟੀ ਦਾ ਬੰਦਾ ਆਉਂਦਾ ਸੀ। ਉਹ ਇੱਕ ਭਾਈਚਾਰਕ ਸਾਂਝ ਸਾਹਮਣੇ ਲੈ ਕੇ ਆਉਂਦੀ ਐ ਐਸਕੇਐਮ ਦੀ। ਤੁਸੀਂ ਉਸ ਨੂੰ ਵਿਗਾੜਨ ਦੀ ਮੀਡੀਆ ਸਮੇਤ ਕੋਸ਼ਿਸ਼ ਨਾ ਕਰੋ। ਅਸੀਂ ਤਾਂ ਕਹਿੰਦੇ ਸਾਰੇ ਭਾਈਚਾਰੇ, ਹਰ ਵਰਗ ਜਿਹੜਾ ਪਿੰਡ 'ਚ ਰਹਿੰਦਾ ਉਹ ਜੁੜ ਕੇ ਰਹੇ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਵੀ ਤੁਹਾਡੇ ਨਾਲ ਗੱਲ ਹੋਈ ਆ, ਰਾਜੇਵਾਲ ਨਾਲ ਗੱਲ ਹੋਈ ਆ, ਵੀ ਉਹ ਕਹਿੰਦੇ ਕੋਈ ਨਹੀਂ, ਅਸੀਂ ਸਾਡਾ ਬੰਦਾ ਕੋਈ ਨਹੀਂ ਵਿਰੋਧ ਕਰ ਰਿਹਾ। ਉਹ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਇਸ ਮੁੱਦੇ ਲਈ। ਜਿਹੜਾ ਉਹ ਗੱਲ ਹੋਈ ਆ, ਉਹ ਗੱਲ ਮੈਂ ਇੱਥੇ ਆ ਕੇ ਇਹਨਾਂ ਸਪਸ਼ਟ ਕੀਤੀ, ਕਿਉਂਕਿ ਸਾਡੇ ਰੋਪੜ ਜਿਹੜੀ ਕਮੇਟੀ ਸੀ ਉਹਨੇ ਮੈਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਸਾਡੀ ਗੱਲ ਸਪਸ਼ਟ ਕਰੋ। ਤੁਹਾਡੇ ਸਾਹਮਣੇ ਵੀ ਸਪਸ਼ਟ ਕਰ ਰਹੇ ਆ। ਚੀਮਾ ਸਾਹਿਬ ਦਾ ਫੋਨ ਆਇਆ ਵੀ ਤੁਹਾਡਾ ਫੈਸਲਾ ਕੀ ਹੈ? ਸੀਗਾ ਫੈਸਲਾ ਸਾਡਾ ਬੀਜੇਪੀ ਉਹ ਵਾਪਸ ਲੈ ਲਿਆ ਸੀ, ਬੀਜੇਪੀ ਦਾ ਵਿਰੋਧ ਕਰਨ ਦਾ। ਜਦ ਤੱਕ ਇਹ ਨਹੀਂ ਪਤਾ ਸੀ ਵੀ ਸਾਡੇ ਰੋਪੜ ਵਾਲੇ ਇਹ ਕਰ ਰਹੇ ਆ, ਸਾਡੇ ਤਾਲਮੇਲ 'ਚ ਕਮੀ ਰਹਿ ਗਈ। ਪ੍ਰਧਾਨ ਸਾਹਿਬ ਨੇ ਫੋਨ ਨਹੀਂ ਕੀਤਾ ਸੀ, ਨਹੀਂ ਉਹਨਾਂ ਨੂੰ ਜਦੀ ਦੱਸ ਦੇਣਾ ਵੀ ਸਾਡੇ ਬੰਦੇ ਉੱਤੇ ਖੜੇ ਨੇ। ਉਸ ਫੈਸਲੇ ਦੇ ਉਲਟ ਫਿਰ ਜਦੋਂ ਉਹਨਾਂ ਨੇ ਫੋਨ ਜਾਨੂੰ ਰੱਖ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਰਵਾਈ ਕਰ ਲਈ। ਤੁਹਾਡੀ ਯੂਨੀਅਨ ਦੇ ਜਿਹੜੇ ਹੈਗੇ ਅਹੁਦੇਦਾਰਾਂ ਦੀ ਬਕਾਇਦਾ ਫੋਟੋਆਂ ਦਿਖਾ ਕੇ ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ ਜਿਹੜੇ ਹੈਗੇ ਆ ਚਮਚੇ ਆ ਜਿਹੜਾ ਵਿਰੋਧ ਕਰ ਰਹੇ ਆ। ਦੇਖੋ, ਕਿਸੇ ਨੂੰ ਇਹੋ ਜਿਹੀ ਭਾਸ਼ਾ ਵਰਤਣੀ ਨਾ ਤਾਂ ਅਸੀਂ ਵਰਤ ਰਹੇ ਹਾਂ, ਨਾ ਵਰਤਣੀ ਚਾਹੀਦੀ ਹੈ, ਨਾ ਸਿਆਸੀ ਬੰਦੇ ਨੂੰ ਵਰਤਣੀ ਚਾਹੀਦੀ ਹੈ। ਚੀਮਾ ਸਾਹਿਬ ਬੜੇ ਸਿਆਣੇ ਨੇ, ਜੇ ਇਹੋ ਜਿਹੀ ਭਾਸ਼ਾ ਵਰਤ ਰਹੇ ਆ ਤਾਂ ਲੋਕ ਆਪ ਫੈਸਲਾ ਕਰਨਗੇ। ਜਿਹੜੇ ਕੋਈ ਵੀ ਬੰਦਾ ਇੱਥੇ ਬੈਠੇ ਆ, ਆਪਾਂ ਸਾਰੇ ਬੈਠੇ ਆ, ਕਿਸੇ ਨਾ ਕਿਸੇ ਪਾਰਟੀ ਨਾਲ ਇਨਵੋਲਡ ਹੁੰਦੇ ਆ, ਪਰ ਅੱਜ ਅਸੀਂ ਕਿਸਾਨੀ ਤੇ ਜਥੇਬੰਦੀ ਨਾਲ ਇਨਵੋਲਡ ਆ। ਜਥੇਬੰਦੀ ਦੇ ਤੌਰ ਤੇ ਕਿਸਾਨੀ ਇੱਕ ਮੁੱਖ ਧੰਦਾ ਹੋਣ ਖਾਤਰ ਪੰਜਾਬ ਦਾ ਇਹਦੀ ਲੜਾਈ ਲੜ ਰਹੇ ਆ, ਤਾਂ ਧਿਆਨ ਸਾਰਿਆਂ ਦਾ ਉਧਰਲੇ ਪਾਸੇ। ਤੇ ਇੱਕ ਐਲੀਗੇਸ਼ਨ ਲਾਇਆ ਉਹਨਾਂ ਸਾਡੇ ਲੀਡਰਾਂ ਤੇ ਵੀ ਜਿਹੜੇ ਹੈਗੇ ਕਿਸਾਨ ਨਹੀਂ ਵਿੱਚ ਇਹੋ ਜਿਹੇ ਬਹੁਤ ਬੰਦੇ ਆ ਬਲੈਕਮੇਲਿੰਗ ਕਰਦੇ, ਕਹਿੰਦੇ ਮਾਈਨਿੰਗ ਵਾਲਿਆਂ ਨੂੰ ਜਿਹੜੇ ਪੈਸੇ ਲੈਂਦੇ ਕਿਸਾਨ ਯੂਨੀਅਨ ਦੇ ਨਾਮ ਤੇ। ਦੇਖੋ, ਮੈਂ ਤੁਹਾਡੇ ਸਾਹਮਣੇ ਬਿਠਾਤੇ ਜੀ, ਕਿਸਾਨ ਬੈਠੇ ਨੇ,
ਜਾਂ ਕੋਈ ਬਲੈਕਮੇਲਰ ਆ ਜਾਂ ਹੋਰ ਆ, ਫਿਰ ਉਹ ਦਾਅਵਾ ਕਰ ਦੇਣ, ਕੋਰਟ ਕੇਸ ਕਰ ਦੇਣ ਜੇ ਤਾਂ ਬਲੈਕਮੇਲਰ ਹੈਗੇ ਆ ਤਾਂ। ਜੇ ਜੈਨੂਅਨ ਤੌਰ ਤੇ ਕਿਸਾਨ ਤੌਰ ਤੇ ਉਹ 5-5 6-6 ਮਹੀਨੇ ਉੱਤੇ ਸੇਵਾ ਕਰਦੇ ਰਹੇ ਨੇ, ਬਲੈਕਮੇਲਰ ਨੂੰ ਉੱਥੇ ਝਾੜੂ ਮਾਰਨ ਦੀ ਕੀ ਲੋੜ ਸੀ ਦਿੱਲੀ ਦੇ ਵਿੱਚ। ਤੇ ਇਹ ਤਾਂ ਹੁਣ ਆਪਾਂ ਕੰਟਰੋਵਰਸ਼ੀਅਲ ਗੱਲ ਬਣਾ ਰਹੇ ਆ, ਕਿਸੇ ਨੂੰ ਐਵੇਂ ਬਾਤ ਸ਼ਬਦ ਬੋਲਣੇ ਮੇਰਾ ਵੈਲਿਊ ਨਹੀਂ, ਨਾ ਮੈਂ ਵੈਲਿਊ ਬੋਲਦਾ। ਇਹ ਤੋਂ ਲੱਗ ਗਿਆ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ 6 ਤਰੀਕ ਦਾ ਸਾਡਾ ਪ੍ਰੋਗਰਾਮ ਸੀ ਉਹ ਅੱਗੇ ਪੈਂਡਿੰਗ ਕੀਤਾ, ਕਿਉਂਕਿ ਲੈਟਰ ਸਾਨੂੰ ਪਹੁੰਚ ਗਈ ਆ। ਕੱਲ ਫੈਸਲਾ ਕਰ ਲਿਆ 8 ਤਰੀਕ ਨੂੰ ਸੜਕਾਂ ਦੇ ਉੱਤੇ ਟਰੈਕਟਰ ਖੜੇ ਕਰਕੇ ਡੀਜ਼ਲ, ਗੈਸ, ਪੈਟਰੋਲ ਜਿਹੜਾ ਮਹਿੰਗਾਈ ਵਧਾ ਰਹੇ ਆ ਉਹਦਾ ਵਿਰੋਧ ਕੀਤਾ ਜਾਊਗਾ ਤੇ 6 ਮਿੰਟ ਲਈ ਹਾਰਨ ਵਜਾਏ ਜਾਣਗੇ। ਜਿਹੜਾ ਕਿਸਾਨ ਜਿੱਥੇ ਵੀ ਪਿੰਡ ਦੀ ਸੜਕ ਤੇ ਨਾਲ ਸ਼ਹਿਰ ਲੱਗਦੇ ਸੜਕਾਂ ਦੇ ਉੱਤੇ ਆਪਣਾ ਮੋਟਰਸਾਈਕਲ, ਕਾਰ, ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਜਿਹੜੇ ਸ਼ਹਿਰ ਦੇ ਲੋਕ ਆ ਉਹ ਵੀ ਇਸ ਮਹਿੰਗਾਈ ਦੀ ਮਾਰ 'ਚ ਆਏ ਹੋਏ ਆ, ਉਹ ਸਾਰੇ ਬਾਹਰ ਨਿਕਲਣ ਤੇ 2 ਘੰਟੇ ਲਈ 10 ਤੋਂ ਲੈ ਕੇ 12 ਵਜੇ ਤੱਕ ਸੜਕਾਂ ਦੇ ਉੱਤੇ ਵਾਹਨ ਖੜੇ ਕਰਨ। ਬਿਲਕੁਲ ਜਾਮ ਨਹੀਂ ਲਾਉਣਾ, ਸੜਕ ਚੱਲਦੀ ਰਹਿਣੀ ਹੈ, ਸਾਈਡ ਤੇ ਖੜੇ ਕਰਕੇ ਆਪ ਦਾ ਪ੍ਰਦਰਸ਼ਨ ਕਰਨਾ ਹੈ, ਇੰਡੀਆ ਲੈਵਲ ਦਾ ਪ੍ਰਦਰਸ਼ਨ ਹੈ। ਉਸ ਤੋਂ ਬਾਅਦ 22 ਤਰੀਕ ਨੂੰ 17 ਤਰੀਕ ਨੂੰ ਪਹਿਲਾਂ 17 ਤਰੀਕ ਨੂੰ ਪਾਰਲੀਮੈਂਟਰੀਅਨ ਜਿਹੜੇ ਹੈਗੇ ਨੇ ਆਪੋਜੀਸ਼ਨ ਪਾਰਟੀ ਵਾਲੇ, ਉਹਨਾਂ ਨੂੰ ਸਾਡੇ ਮਤ ਪੱਤਰ ਲਿਖੇ ਜਾਣਗੇ। ਕਿਸੇ ਵੀ ਸਾਧਨ ਨਾਲ ਅਸੀਂ ਬਚਾਵਾਂਗੇ ਵੀ ਤੁਸੀਂ ਅੰਦਰ ਜਾ ਕੇ ਗੱਲ ਕਰਨੀ ਆ, ਵਾਕਆਊਟ ਨਹੀਂ ਕਰਨਾ, ਬਰਾਬਰ ਜਾ ਕੇ ਸਾਡਾ ਕੇਸ ਲੜਨਾ। ਜੇ ਨਹੀਂ ਲੜੋਗੇ ਇਸ ਤੋਂ ਚੰਗਾ ਤੁਸੀਂ ਆਪਣੇ ਐਮਪੀਸ਼ਿਪ ਦੀ ਰਿਜ਼ਾਈਨ ਦੇ ਕੇ ਬਾਹਰ ਆ ਜਾਓ, ਨਹੀਂ ਤਾਂ ਕਿਸਾਨੀ ਲਈ ਉੱਥੇ ਬੋਲੋ। ਉਸ ਤੋਂ ਬਾਅਦ 22 ਤਰੀਕ ਨੂੰ ਸੈਸ਼ਨ ਜਿਹੜਾ ਸ਼ੁਰੂ ਹੋਣਾ, ਜਦੋਂ ਮੌਨਸੂਨ ਸੈਸ਼ਨ, ਉਸ ਤੋਂ ਬਾਅਦ 5-5 ਬੰਦੇ ਹਰ ਜਥੇਬੰਦੀ ਦੇ ਉੱਥੇ ਸਿੰਘੂ ਬਾਰਡਰ ਦੇ ਉੱਤੋਂ ਬੱਸਾਂ 'ਚ ਬਿਠਾ ਕੇ ਪਾਰਲੀਮੈਂਟ ਵਿੱਚ ਭੇਜੇ ਜਾਣਗੇ ਤੇ ਬਰਾਬਰ ਦੀ ਪਾਰਲੀਮੈਂਟ ਲਾਈ ਜਾਓ। ਤੇ ਕੀ ਮੰਨਦੇ ਹੋ ਇੰਨੇ ਲੰਬੇ ਸੰਘਰਸ਼ ਦੇ ਵਿੱਚ ਹੁਣ ਤੱਕ ਕਿਸਾਨਾਂ ਨੇ ਕੀ ਕੁਝ ਜਿਹੜਾ ਇਹਦੇ ਵਿੱਚ ਖੱਟਿਆ, ਕੀ ਨੁਕਸਾਨ ਹੋਇਆ ਸਰਕਾਰਾਂ ਦਾ, ਕਿਸਾਨਾਂ ਦਾ? ਦੇਖੋ, ਸਾਡੀ ਫਸਲਾਂ ਦਾ ਨੁਕਸਾਨ ਹੋਇਆ, ਸਾਡੇ ਸਮੇਂ ਦਾ ਨੁਕਸਾਨ ਹੋਇਆ, ਸਾਡਾ ਪੈਸਾ ਵਿਅਰਥ ਗਿਆ, ਪਰ ਲੋਕਾਂ ਨੇ ਆਪਦੀ ਖੂਨ ਪਸੀਨੇ ਦੀ ਕਮਾਈ ਉੱਥੇ ਲਾਈ, ਉੱਥੇ ਟਰਾਲੀਆਂ ਲੈ ਕੇ ਗਏ। ਪਹਿਲਾਂ 3-4 ਮਹੀਨੇ ਠੰਡ ਕੱਟੀ, ਉਸ ਤੋਂ ਬਾਅਦ ਝੁੱਗੀਆਂ ਪਾਈਆਂ ਤੇ ਮਗਰ ਫਸਲਾਂ ਦਾ ਵੀ ਨੁਕਸਾਨ ਹੋਇਆ, ਘਰ ਦੇ ਵੀ ਤੋਂ ਵੀ ਪਰੇ ਰਹੇ, ਪਰ ਆਪਣੇ ਅੰਦੋਲਨ ਦੇ ਵਿੱਚ ਖੜੇ ਰਹੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਨੇ। ਤੇ ਇਹ ਚੜ੍ਹਦੀ ਕਲਾ ਨਾਲ ਇੱਕ ਵਰਲਡ ਦੇ ਵਿੱਚ ਇੱਕ ਇਹ ਅੰਦੋਲਨ ਇਹੋ ਜਿਹਾ ਬਣ ਗਿਆ ਕਿ ਜਿਹੜਾ ਵੱਡਾ ਇੱਕ ਰਾਈਟਰ ਆ, ਉਹਨਾਂ ਨੇ ਪਿੱਛੇ ਸਪੀਚ ਦਿੱਤੀ ਆ, ਮੈਂ ਨਾਂ ਭੁੱਲ ਗਿਆ, ਪਰ ਉਹਨਾਂ ਨੇ ਕਿਹਾ ਵੀ ਜਿਹੜੇ ਅੰਦੋਲਨ ਆ ਇਹ ਮਾਣ ਕਰਨ ਆਪਣੇ ਆਪ ਤੇ ਵੀ ਤੁਸੀਂ ਦੁਨੀਆ ਨੂੰ ਇੱਕ ਅੰਦੋਲਨ ਕਰਨਾ ਸਿਖਾਤਾ ਵੀ ਸ਼ਾਂਤਮਈ ਅੰਦੋਲਨ ਹੁੰਦਾ। ਬੀਜੇਪੀ ਦੇ ਲੀਡਰ ਹਲੇ ਵੀ ਕਿਸਾਨਾਂ ਦੇ ਖਿਲਾਫ ਬੋਲਦੇ, ਹਰਜੀਤ ਗਰੇਵਾਲ ਹੋਵੇ, ਹੋਰ ਹੋਵੇ, ਉਹ ਹਲੇ ਵੀ ਕਹਿੰਦੇ ਆ ਜਿਹੜੇ ਹੈਗੇ ਕਾਨੂੰਨ ਰੱਦ ਨਹੀਂ ਹੋਣੇ ਤੇ ਇਹ ਜਿਹੜੇ ਮਾਹੌਲ ਖਰਾਬ ਕਰ ਰਹੇ ਆ। ਉਹ ਕਹਿੰਦੇ ਕਿਸਾਨ ਜਿਹੜੇ ਹੈਗੇ ਆ ਲੀਡਰ ਆ ਉਹ ਆਪਣੀ ਚੌਧਰ ਦੇ ਵਾਸਤੇ ਕਿਸਾਨਾਂ ਦੇ ਮੁੰਡੇ ਤੇ ਰੱਖ ਕੇ ਬੰਦੂਕਾਂ ਚਲਾ ਰਹੇ ਆ। ਕਿਸਾਨ ਆਪਣੀ ਲੜਾਈ ਆਪ ਲੜ ਰਿਹਾ, ਜਥੇਬੰਦੀਆਂ ਜ਼ਰੂਰ ਜੋੜ ਕੇ 25-26 ਨੂੰ ਇੱਥੇ ਤੁਰੀਆਂ ਸੀ, ਪਰ ਉਸ ਤੋਂ ਬਾਅਦ ਜਥੇਬੰਦੀਆਂ ਦੇ ਵੀ ਉੱਪਰ ਇੱਕ ਆਵਾਮ ਨੇ ਜਾ ਕੇ ਉੱਥੇ ਬੈਠ ਕੇ ਸਾਬਤ ਕੀਤਾ ਵੀ ਜਥੇਬੰਦੀਆਂ ਸਹੀ ਪਾਸੇ ਸੀ। ਆਮ ਲੋਕ ਵੀ ਜਾ ਕੇ ਉੱਥੇ ਜੁੜੇ ਤੇ ਜਿਹੜੇ ਇਹਨਾਂ ਨੂੰ ਜਦੋਂ ਆਮ ਲੋਕ ਤੁਰ ਪਏ ਨੇ, ਆਮ ਕਿਸਾਨ, ਆਮ ਦੁਕਾਨਦਾਰ ਉੱਥੇ ਵੀਰ ਜਾ ਕੇ ਸੇਵਾ ਕਰਦਾ ਰਿਹਾ, ਕੋਈ ਸਮਾਨ ਦੀ ਸੇਵਾ ਕਰਦਾ ਰਿਹਾ, ਉਹ ਤੋਂ ਇੱਕ ਘਬਰਾਹਟ 'ਚ ਆਏ ਹੋਏ ਨੇ, ਕਿਉਂਕਿ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੈ ਤੇ ਉਹੀ ਭਾਸ਼ਾ ਵਰਤ ਰਹੀ ਹੈ। ਇਸ ਭਾਸ਼ਾ ਨੂੰ ਜੇ ਗਰੇਵਾਲ ਸਾਹਿਬ ਵਰਤ ਰਹੇ ਨੇ ਜਾਂ ਜਾਨੀ ਜੀ ਵਰਤ ਰਹੇ ਆ, ਉਹ ਲਗਾਤਾਰ ਵਰਤਦੇ ਰਹਿਣਗੇ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਉੱਪਰ ਗੱਦੀਆਂ ਦੀ ਲਾਲਸਾ। ਕਿਸਾਨ ਲੀਡਰਾਂ ਨੂੰ ਵੀ ਗੱਦੀਆਂ ਦੀ ਲਾਲਸਾ ਨਹੀਂ, ਆਪਣੀ ਲੜਾਈ ਲੜ ਰਿਹਾ ਤੇ ਹਰ ਕਿਸਾਨ ਆਪਣੀ ਲੜਾਈ ਲੜ ਰਿਹਾ। ਕੇਂਦਰੀ ਮੰਤਰੀ ਕਹਿੰਦੇ ਵੀ ਉੱਥੇ ਜਿਹੜਾ ਹੈਗਾ ਕਰੈਕਟਰ ਦੇ ਵੀ ਕਿਸਾਨਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਵੀ ਜਨਾਨੀਆਂ ਦੇ ਨਾਲ ਗਲਤ ਕੰਮ ਕਰਦੇ, ਕਿੱਦਾਂ ਇਸ ਤਰ੍ਹਾਂ ਦੇ ਬਿਆਨ ਆ ਰਹੇ। ਹਰ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਪਹਿਲਾਂ ਤਾਂ ਕਿਹਾ ਵੀ ਪਾਕਿਸਤਾਨ ਤੋਂ ਜੱਥਾ ਆਇਆ, ਪੱਟੀ ਤੋਂ ਜੱਥਾ ਸ਼ੁਰੂ ਹੋਇਆ, ਅੰਮ੍ਰਿਤਸਰ ਤੋਂ ਕਿਹਾ ਗਿਆ ਵੀ ਪਾਕਿਸਤਾਨ ਤੋਂ ਜੱਥਾ ਆਇਆ, ਕਈ ਵਾਰ ਕਿਹਾ ਗਿਆ ਵੀ ਚਾਈਨਾ ਤੋਂ ਇਹਨਾਂ ਨੂੰ ਸੰਦੇਸ਼ ਦਿੰਦੇ ਨੇ, ਕਈਆਂ ਨੂੰ ਕਾਮਰੇਡ ਕਿਹਾ ਜਾਂਦਾ, ਕਈਆਂ ਨੂੰ ਖਾੜਕੂ ਕਿਹਾ ਗਿਆ। ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਗਈਆਂ ਉਹਨਾਂ ਨੂੰ ਗਲਤ ਭਾਸ਼ਾ ਦਿੱਤੀ ਗਈ, ਸਾਡੇ ਨਿਸ਼ਾਨ ਸਾਹਿਬ ਬਾਰੇ ਗਲਤ ਬੋਲਿਆ ਗਿਆ। ਕਿੰਨੀਆਂ ਵਾਰੀ ਸਾਨੂੰ ਇਹ ਗਲਤ ਬੋਲ ਰਹੇ ਆ ਤੇ ਹਰ ਵਾਰੀ ਵਾਹਿਗੁਰੂ ਦੀ ਕਿਰਪਾ ਨਾਲ ਇਹ ਅਸਫਲ ਹੋਏ ਨੇ ਤੇ ਆਉਂਦੇ ਸਫਲ ਵੀ ਅਸਫਲ ਹੋਣਗੇ। ਜਿਹੜੇ ਆ ਦੋਸ਼ਣ ਲਾ ਰਹੇ ਆ, ਇਹ ਉੱਥੇ ਸਾਬਤ ਕਰਦਾ ਵੀ ਜਿਹੜੀ ਪਹਿਲੀ ਸਟੇਜ ਲੱਗਦੀ ਆ ਉੱਥੇ ਪਾਠ ਨਾਲ, ਫਿਰ ਨਮਾਜ਼ ਨਾਲ, ਫਿਰ ਆਰਤੀ ਹੋ ਕੇ ਸਟੇਜ ਸ਼ੁਰੂ ਹੁੰਦੀ ਆ। ਇਹ ਦੱਸ ਦੇਣ ਇਹਨਾਂ ਨੇ ਕੋਈ ਇਹੋ ਜਿਹੀ ਸਟੇਜ ਲਾਈ ਹੋ ਜਿੱਥੇ ਤਿੰਨਾਂ ਧਰਮਾਂ ਦਾ ਸਨਮਾਨ ਹੋ ਕੇ ਸਟੇਜ ਚੱਲਦੀ ਹੋਵੇ। ਕਾਦੀ ਜੀ, ਆਖਰੀ ਸਵਾਲ, ਜਦੋਂ ਸ਼ੁਰੂ ਕੀਤਾ ਸੀ ਸੰਘਰਸ਼ 26 ਜਿਹੜੀ ਹੈਗੀ ਨਵੰਬਰ ਨੂੰ ਦਿੱਲੀ ਗਏ ਸੀ, ਉਸ ਦਿਨ ਨੂੰ ਲੈ ਕੇ ਤੇ ਅੱਜ ਦੇ ਦਿਨ ਦੇ ਵਿੱਚ ਕੀ ਬਦਲਾਅ ਦੇਖਦੇ, ਸੰਘਰਸ਼ ਦੇ ਵਿੱਚ ਕੀ ਕੁਝ ਚੇਂਜ ਆਇਆ? ਸੰਘਰਸ਼ ਇੱਕ ਪੜਾਅ ਤੋਂ ਦੂਜੇ ਪੜਾਅ ਵੱਧਦਾ ਜਾ ਰਿਹਾ। ਜਿਹੜਾ ਤੁਸੀਂ ਕਹਿ ਰਹੇ ਸੀ ਵੀ ਕੀ ਫਰਕ ਪਿਆ, ਬੀਜੇਪੀ ਦੇ ਪੰਜਾਬ ਦੇ ਅੰਦਰ ਅਹੁਦੇਦਾਰਾਂ 'ਚ ਵੀ ਵਿਰੋਧ ਪੈਦਾ ਹੋਈ, ਯੂਪੀ ਦੇ ਵਿੱਚ ਚੀਫ ਮਿਨਿਸਟਰ ਵਿਰੋਧਤਾ ਪੈਦਾ ਹੋਈ, ਆਰਐਸਐਸ ਦੇ ਵਿੱਚ ਖਲਬਲੀ ਮਚੀ ਪਈ ਹੈ, ਜਿਹੜੀ ਉਹਨਾਂ ਦੀ ਮਾਂ ਪਾਰਟੀ ਹੈ ਬੀਜੇਪੀ ਦੀ। ਵੈਸਟ ਬੰਗਾਲ ਇਹ ਹਾਰ ਗਏ, ਯੂਪੀ ਦੇ ਪੰਚਾਇਤੀ ਚੋਣਾਂ ਹਾਰ ਗਏ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿਆਸੀ ਨਹੀਂ ਹੈ, ਪਰ ਉਹ ਸਾਨੂੰ ਮਾਰਨੀ ਜ਼ਰੂਰੀ ਸੀ, ਕਿਉਂਕਿ ਕਿਸਾਨਾਂ ਦੀ ਵੱਧ ਗਿਣਤੀ ਆ। ਜੇ ਕਿਸਾਨਾਂ ਦੀ ਆਰਥਿਕਤਾ ਤੇ ਇਹ ਹਮਲਾ ਕਰਨਗੇ ਕਾਰਪੋਰੇਟ ਘਰਾਣੇ, ਇਹ ਦੇਸ਼ ਵੱਧ ਗਿਣਤੀ 'ਚ ਕਿਸਾਨਾਂ ਨੇ ਆਜ਼ਾਦ ਕਰਾਇਆ ਆਪਣੀ ਕੁਰਬਾਨੀਆਂ ਦੇ ਕੇ, ਤੇ ਕਿਸਾਨ ਹੀ ਜੇ ਆਪਣੀ ਆਰਥਿਕਤਾ ਜਿੰਦੀ ਨਹੀਂ ਰੱਖ ਸਕੂਗਾ ਤਾਂ ਅੱਗੇ ਕਿਵੇਂ ਜਾਊਗਾ? ਇਹ ਜਿਹੜੇ ਅੰਦੋਲਨ ਨੇ ਸਾਬਤ ਕੀਤਾ। ਤੇ ਇੱਕ ਲੋਕਾਂ 'ਚ ਚਰਚਾ ਕਿ ਕਿਸਾਨ ਯੂਨੀਅਨ ਜਿਹੜੀ ਹੈਗੀ ਅੱਗੇ
2022 ਦੀਆਂ ਚੋਣਾਂ ਲੜੂਗੀ ਕਿ ਨਹੀਂ ਲੜੂਗੀ, ਕਿਉਂਕਿ ਜੇ ਤਾਕਤ ਕਲਮ ਦੀ ਜਿਹੜੀ ਕਾਨੂੰਨ ਬਣਾਉਣ ਵਾਲੀ ਆਪਣੇ ਕੋਲ ਹੋਊਗੀ ਤਾਂ ਆਪਾਂ ਸਹੀ ਕਾਨੂੰਨ ਬਣਾ ਸਕਦੇ ਹਾਂ। ਇਹ ਪ੍ਰੈਸ਼ਰ ਗਰੁੱਪ ਆ ਜੀ, ਪ੍ਰੈਸ਼ਰ ਗਰੁੱਪ ਨੇ ਬਿਨਾਂ ਕਲਮ ਤੋਂ ਪਾਰਲੀਮੈਂਟ ਦੇ ਕਾਨੂੰਨ ਤੇ ਦਾਅਵਾ ਕਰਤਾ। ਇਹ ਕਾਨੂੰਨ ਵਾਪਸ ਕਰਾਉਣ ਤੱਕ ਜੇ ਪ੍ਰੈਸ਼ਰ ਗਰੁੱਪ ਨਾਲ ਆਪਾਂ ਸਫਲ ਆ ਤਾਂ ਪੋਲਿਟਿਕਸ ਦਾ ਇੱਕ ਪਾਰਟ ਹੁੰਦਾ ਪ੍ਰੈਸ਼ਰ ਗਰੁੱਪ, ਉਹਨੂੰ ਪ੍ਰੈਸ਼ਰ ਗਰੁੱਪ ਹੀ ਰਹਿਣ ਦਿਓ। ਸਿਰਫ ਪ੍ਰੈਸ਼ਰ ਗਰੁੱਪ ਨੂੰ ਵੱਡੇ ਰੂਪ ਦੇ ਵਿੱਚ ਆਉਣ ਨਾਲ ਇਹ ਸਮਝ ਰਹੇ ਆ ਵੀ ਇਹ ਸਿਆਸੀ ਦਲ ਆ, ਇਹ ਵੀ ਸਿਆਸਤ ਹੁੰਦੀ ਆ। ਅਸੀਂ ਕਿਹੜਾ ਸਿਆਸਤ ਨਹੀਂ ਕਰ ਰਹੇ, ਜੇ ਅੱਜ ਉੱਤੇ ਬੈਠੇ ਆ ਇਹ ਵੀ ਸਿਆਸਤ ਆ। ਪਿੰਡਾਂ 'ਚੋਂ ਲੋਕ ਕੱਢਿਆ, ਉਹਨੂੰ ਦੱਸਿਆ ਵੀ ਤੁਹਾਡੀ ਮੰਗਾਂ ਕਿਹੜੀਆਂ ਨੇ, ਤੁਸੀਂ ਆਓ ਆਪਣੀ ਮੰਗਾਂ ਲਈ ਲੜੋ, ਆਪਣੇ ਹੱਕ ਲਈ ਲੜੋ। ਇਹ ਸਿਆਸਤ ਜ਼ਿਆਦਾ ਵਧੀਆ, ਉਹ ਗਾਰੇ ਡੇਗਣ ਨਾਲੋਂ ਇਹ ਚੰਗਾ। ਕਿਸਾਨ ਯੂਨੀਅਨ ਦਾ ਕੋਈ ਪ੍ਰੋਗਰਾਮ ਨਹੀਂ ਚੋਣਾਂ ਲੜਨ ਦਾ? ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਚੋਣਾਂ ਲੜਨ ਦਾ, ਨਾ ਸਮਝ ਮੈਨੂੰ ਲੱਗਦਾ ਆਊਗਾ, ਕਿਉਂਕਿ ਚੋਣਾਂ ਸਿਆਸੀ ਪਾਰਟੀਆਂ ਦਾ ਕੰਮ ਆ, ਉਹ ਲੜਨ।